ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਅਮਰੀਕਾ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਵਿੱਚ 13,37,000 ਲੱਖ ਮੁਕੱਦਮਿਆਂ ਦਾ ਬੈਕਲੌਗ। USA ਵਿਕਸਿਤ ਕਰਨ ਜਾ ਰਿਹਾ ਕੋਵਿਡ ਪਿਲਸ ਨਹੀਂ ਜਾਣਾ ਪਵੇਗਾ ਹਸਪਤਾਲ। ਰਾਸ਼ਟਰਪਤੀ ਜੋ ਬਾਈਡਨ ਨੇ ਅੰਬੈਸਡਰ ਅਹੁਦਿਆਂ ਲਈ ਨਾਮਜ਼ਦ ਵਿਅਕਤੀਆਂ ਦਾ ਕੀਤਾ ਐਲਾਨ। ਦੁਨੀਆ ਭਰ ਵਿੱਚ ਇੰਟਰਨੈਟ ਸੇਵਾ ਕੁਝ ਸਮੇਂ ਲਈ ਜਾਮ। ਲਾਸ ਐਂਜਲਸ ਦੇ ਮੇਅਰ ਨੂੰ ਭਾਰਤ ਵਿੱਚ ਬਣਾਇਆ ਜਾ ਸਕਦਾ ਹੈ ਰਾਜਦੂਤ। ਪੰਜਾਬ ਦੀ ਧੀ ਨੇ ਅਮਰੀਕੀ ਫੌਜ ਵਿੱਚ ਹਾਸਲ ਕੀਤਾ ਨਵਾਂ ਮੁਕਾਮ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਵਿਚਾਰ ਅਧੀਨ ਮੁਕੱਦਮਿਆਂ ਦੀ ਗਿਣਤੀ 3 ਲੱਖ ਤੋਂ ਟੱਪ ਚੁੱਕੀ ਹੈ ਅਤੇ ਹਾਲਾਤ ਲਗਾਤਾਰ ਗੁੰਝਲਦਾਰ ਬਣਦੇ ਜਾ ਰਹੇ ਨੇ। ਸਾਇਰਾਕਿਊਜ਼ ਯੂਨੀਵਰਸਿਟੀ ਦੀ ਸਹਾਇਕ ਜਥੇਬੰਦੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2021 ਵਿੱਚ ਹੁਣ ਤੱਕ 1,27,000 ਨਵੇਂ ਮੁਕੱਦਮੇ ਪਹੁੰਚੇ, ਜਦਕਿ 68,000 ਦਾ ਨਿਪਟਾਰਾ ਕੀਤਾ ਜਾ ਸਕਿਆ। ਟ੍ਰਾਂਜੈਕਸ਼ਨਲ ਰਿਕਾਰਡ ਐਕਸੈਸ ਕਲੀਅਰਿੰਗ ਹਾਊਸ ਦੇ ਮੁੱਖ ਖੋਜੀ ਆਸਟਿਨ ਕੋਚਰ ਨੇ ਦੱਸਿਆ ਕਿ ਅਮਰੀਕਾ ਦੇ ਗ੍ਰਹਿ ਮੰਤਰਾਲੇ ਵੱਲੋਂ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਭੇਜੇ ਜਾ ਰਹੇ ਮੁਕੱਦਮਿਆਂ ਦੀ ਗਿਣਤੀ ਨਾਟਕੀ ਤਰੀਕੇ ਨਾਲ ਵੱਧ ਗਈ ਹੈ, ਜਦਕਿ ਇਮੀਗ੍ਰੇਸ਼ਨ ਜੱਜਾਂ ਦੁਆਰਾ ਨਿਪਟਾਏ ਜਾ ਰਹੇ ਮਾਮਲਿਆਂ ਦੀ ਗਿਣਤੀ ਉਸ ਹਿਸਾਬ ਨਾਲ ਨਹੀਂ ਵੱਧ ਰਹੀ। ਇਸ ਵੇਲੇ ਇਮੀਗ੍ਰੇਸ਼ਨ ਅਦਾਲਤਾਂ ਵਿੱਚ 13,37,372 ਮੁਕੱਦਮਿਆਂ ਦਾ ਬੈਕਲੌਗ ਇਕੱਠਾ ਹੋ ਗਿਆ ਹੈ ਅਤੇ ਹਰ ਮਹੀਨੇ ਗਿਣਤੀ ਵਧਦੀ ਜਾ ਰਹੀ ਹੈ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸੱਤਾ ਸੰਭਾਲਣ ਮਗਰੋਂ 1 ਦਰਜਨ ਨਵੇਂ ਇਮੀਗ੍ਰੇਸ਼ਨ ਜੱਜਾਂ ਦੀ ਨਿਯੁਕਤੀ ਦੇ ਬਾਵਜੂਦ ਮੁਕੱਦਮਿਆਂ ਦੀ ਗਿਣਤੀ ਘਟਾਉਣ ਵਿੱਚ ਮਦਦ ਨਹੀਂ ਮਿਲ ਰਹੀ। ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਕੋਵਿਡ ਲਈ ਐਂਟੀਵਾਇਰਲ ਗੋਲੀਆਂ ਵਿਕਸਿਤ ਕਰਨ ਜਾ ਰਹੀ ਹੈ। ਇਸ ਲਈ ਉਹ $3.2 ਬਿਲੀਅਨ ਦਾ ਨਿਵੇਸ਼ ਕਰੇਗੀ। ਸਿਹਤ ਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਇਹ ਐਲਾਨ ਕੀਤਾ। ਇਸ ਨਾਲ ਲੋਕਾਂ ਨੂੰ ਹਸਪਤਾਲ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ ਅਤੇ ਆਉਣ ਵਾਲੇ ਸਾਲਾਂ ਵਿੱਚ ਸੰਭਾਵਤ ਤੌਰ ਤੇ ਬਹੁਤ ਸਾਰੀਆਂ ਜਾਨਾਂ ਬਚ ਸਕਦੀਆਂ ਹਨ, ਕਿਉਂਕਿ ਕੋਵਿਡ-19 ਟੀਕਿਆਂ ਦੇ ਬਾਵਜੂਦ ਵਾਇਰਸ ਸਤੀਵੀ ਖਤਰਾ ਬਣਿਆ ਰਹਿ ਸਕਦਾ ਹੈ। ਇਨਫਲੂਐਂਜ਼ਾ, HIV ਅਤੇ ਹੈਪੇਟਾਈਟਸ C ਦਾ ਇਲਾਜ ਇੱਕ ਸਧਾਰਨ ਗੋਲੀ ਨਾਲ ਕੀਤਾ ਜਾ ਸਕਦਾ ਹੈ, ਪਰ ਕੋਰੋਨਾ ਵਾਇਰਸ ਦੇ ਇਲਾਜ ਲਈ ਹੁਣ ਤੱਕ ਅਜਿਹੀ ਕੋਈ ਦਵਾਈ ਨਹੀਂ ਹੈ। ਸਰਕਾਰ ਦੇ ਇਸ ਨਿਵੇਸ਼ ਨਾਲ ਖਾਣ ਵਾਲੀਆਂ ਦਵਾਈਆਂ ਦੇ ਕਲੀਨਿਕਲ ਟ੍ਰਾਇਲਾਂ ਵਿੱਚ ਤੇਜ਼ੀ ਆਵੇਗੀ। ਸਭ ਕੁਝ ਠੀਕ ਰਿਹਾ ਤਾਂ ਇਹਨਾਂ ਵਿੱਚੋਂ ਕੁਝ ਗੋਲੀਆਂ ਇਸ ਸਾਲ ਦੇ ਅੰਤ ਤੱਕ ਉਪਲਬਧ ਹੋ ਸਕਦੀਆਂ ਹਨ। ਇਸ ਖੋਜ ਨਾਲ ਨਾ ਸਿਰਫ ਕੋਰੋਨਾ ਵਾਇਰਸ ਸਗੋਂ ਭਵਿੱਖ ਦੀ ਮਹਾਮਾਰੀ ਦਾ ਸਾਹਮਣਾ ਕਰਨ ਦਾ ਵੀ ਰਸਤਾ ਲੱਭਿਆ ਜਾ ਸਕਦਾ ਹੈ। ਡਾਕਟਰ ਐਂਥੋਨੀ ਫਾਊਸੀ ਨੇ ਕਿਹਾ ਕਿ ਕੋਵਿਡ-19 ਪੋਜ਼ਿਟਿਵ ਹੋਣ ਜਾਂ ਇਸ ਦੇ ਲੱਛਣ ਦਿਸਣ ਤੇ ਲੋਕ ਫਾਰਮੇਸੀ ਜਾਂ ਮੈਡੀਕਲ ਸਟੋਰ ਤੋਂ ਐਂਟੀਵਾਇਰਲ ਗੋਲੀਆਂ ਲੈ ਸਕਣਗੇ। ਮਹਾਮਾਰੀ ਦੀ ਸ਼ੁਰੂਆਤ ਵਿੱਚ ਖੋਜਕਰਤਾਵਾਂ ਨੇ ਹਸਪਤਾਲਾਂ ਵਿੱਚ ਦਾਖਲ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਮੌਜੂਦਾ ਐਂਟੀਵਾਇਰਲ ਗੋਲੀਆਂ ਦੀ ਟੈਸਟਿੰਗ ਕੀਤੀ ਸੀ, ਪਰ ਵਿੱਚੋਂ ਕੋਈ ਲਾਭ ਦਿਖਾਉਣ ਵਿੱਚ ਅਸਫਲ ਰਹੀਆਂ ਸਨ। ਹੁਣ ਨਵੀਂ ਖੋਜ ਨਾਲ ਇਸ ਦਾ ਇਲਾਜ ਮਿਲ ਸਕੇਗਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਅੰਬੈਸਡਰ ਅਹੁਦਿਆਂ ਲਈ ਨਾਮਜ਼ਦ ਵਿਅਕਤੀਆਂ ਦਾ ਐਲਾਨ ਕੀਤਾ। ਇਸ ਐਲਾਨ ਵਿੱਚ ਇਜ਼ਰਾਈਲ ਅਤੇ ਮੈਕਸੀਕੋ ਦੇਸ਼ਾਂ ਦੇ ਅੰਬੈਸਡਰਾਂ ਲਈ ਵੀ ਨਾਮ ਸ਼ਾਮਲ ਹਨ। ਇਜ਼ਰਾਈਲ ਵਿੱਚ ਅੰਬੈਸਡਰ ਲਈ ਬਾਈਡਨ ਦੀ ਚੋਣ ਥਾਮਸ ਆਰਨਿਡਜ਼ ਹੈ, ਜੋ ਇਸ ਸਮੇਂ ਮੌਰਗਨ ਸਟੈਨਲੇ ਵਿੱਚ ਵਾਈਸ ਚੇਅਰਮੈਨ ਹਨ। ਉਹ ਮੈਨੇਜਮੈਂਟ ਅਤੇ ਰਿਸੋਰਸ ਲਈ ਸਟੇਟ ਦੇ ਸਾਬਕਾ ਡਿਪਟੀ ਸੈਕਟਰੀ ਵੀ ਹਨ। ਕੇਨ ਸਲਾਜ਼ਰ, ਜੋ ਕਿ ਕੋਲੋਰਾਡੋ ਦੇ ਸਾਬਕਾ ਸੈਨੇਟਰ ਅਤੇ ਓਬਾਮਾ ਪ੍ਰਸ਼ਾਸਨ ਦੌਰਾਨ ਸਾਬਕਾ ਗ੍ਰਹਿ ਸਕੱਤਰ ਸਨ, ਬਾਈਡਨ ਦੁਆਰਾ ਮੈਕਸੀਕੋ ਵਿੱਚ ਰਾਜਦੂਤ ਲਈ ਨਾਮਜ਼ਦ ਕੀਤੇ ਗਏ ਹਨ। ਇਸ ਤੋਂ ਇਲਾਵਾ ਦੂਸਰੇ ਨਾਮਜ਼ਦ ਵਿਅਕਤੀਆਂ ਵਿੱਚ ਮਾਰਕ ਓਸਟਫੀਲਡ ਨੂੰ ਪੈਰਾਗੁਏ, ਜੂਲੀਅਨ ਸਮਿਥ ਨੂੰ ਉੱਤਰੀ ਐਟਲਾਂਟਿਕ ਸੰਧੀ ਸੰਗਠਨ, ਸਿੰਥੀਆ ਐਂਟੇਲਜ਼ ਨੂੰ ਕੋਸਟਾ ਰੀਕਾ, ਸ਼ੈਰਨ ਕ੍ਰੋਮਰ ਨੂੰ ਗੈਂਬੀਆ, ਜੂਲੀ ਜਿਊਨ ਚੁੰਗਾ ਨੂੰ ਸ੍ਰੀਲੰਕਾ, ਟਰਾਈ ਡੈਮੀਅਨ ਫਿਟਰੇਲ ਨੂੰ ਗਿਨੀਆ ਅਤੇ CB ਵਸੂਲੀ ਲਈ ਨਾਮਜ਼ਦ ਕੀਤਾ। ਜੋ ਬਾਈਡਨ ਨੂੰ ਅੰਬੈਸਡਰਾਂ ਦੀ ਨਾਮਜ਼ਦਗੀ ਕਰਨ ਵਿੱਚ ਦੇਰੀ ਲਈ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਬਾਈਡਨ ਨੇ ਮੰਗਲਵਾਰ ਤੱਕ ਸੈਨੇਟ ਨੂੰ 9 ਅੰਬੈਸਡਰਾਂ ਦੀਆਂ ਨਾਮਜ਼ਦਗੀਆਂ ਭੇਜੀਆਂ ਹਨ ਅਤੇ ਕੁੱਲ 18 ਲਈ 9 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੇ ਇਰਾਦੇ ਨਾਲ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ 14 ਜੂਨ 2017 ਤੱਕ ਸੈਨੇਟ ਨੂੰ 12 ਰਾਜਦੂਤਾਂ ਲਈ ਨਾਮਜ਼ਦਗੀਆਂ ਭੇਜੀਆਂ ਸਨ ਅਤੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ 15 ਜੂਨ 2009 ਤੱਕ 27 ਰਾਜਦੂਤ ਨਾਮਜ਼ਦ ਕੀਤੇ ਸਨ। ਦੁਨੀਆ ਭਰ ਵਿੱਚ ਇੰਟਰਨੈਟ ਬੰਦ ਹੋਣ ਕਾਰਨ ਕੁਝ ਸਮੇਂ ਲਈ ਦਰਜਨਾਂ ਵਿੱਤੀ ਅਦਾਰਿਆਂ, ਹਵਾਈ ਤੇ ਹੋਰ ਕੰਪਨੀਆਂ ਦੀਆਂ ਵੈਬਸਾਈਟਾਂ ਅਤੇ ਐਪ ਬੰਦ ਹੋ ਗਏ। ਹਾਂਗਕਾਂਗ ਸਟਾਕ ਐਕਸਚੇਂਜ ਨੇ ਟਵੀਟ ਕੀਤਾ ਕਿ ਉਸ ਦੀ ਵੈਬਸਾਈਟ ਤਕਨੀਕੀ ਨੁਕਸ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਦਾ ਪਤਾ ਲਾਇਆ ਜਾ ਰਿਹਾ ਹੈ। ਐਕਸਚੇਂਜ ਨੇ ਦੂਸਰੇ ਟਵੀਟ ਵਿੱਚ 17 ਮਿੰਟ ਬਾਅਦ ਕਿਹਾ ਕਿ ਇਸ ਵੈਬਸਾਈਟ ਤੇ ਆਮ ਵਾਂਗ ਹੋ ਗਈ ਹੈ। thousandeyesdowndetector.com ਤੇ fing.com ਸਮੇਤ ਇੰਟਰਨੈਟ ਤੇ ਨਿਗਰਾਨੀ ਰੱਖਣ ਵਾਲੀਆਂ ਵੈਬਸਾਈਟਾਂ ਨੇ ਅਮਰੀਕੀ ਆਧਾਰਿਤ ਏਅਰਲਾਈਨਾਂ ਸਮੇਤ
ਹੋਰਨਾਂ ਵਿੱਤੀ ਅਦਾਰਿਆਂ 'ਚ ਦਰਜਨਾਂ ਵਾਰ ਇੰਟਰਨੈਟ ਵਿੱਚ ਵਿਘਨ ਪੈਣ ਦੀ ਪੁਸ਼ਟੀ ਕੀਤੀ। ਆਸਟ੍ਰੇਲੀਆ ਬੈਠੇ ਲੋਕਾਂ ਨੇ ਵੀ ਬੈਂਕਿੰਗ ਉਡਾਣਾਂ ਬੁੱਕ ਕਰਨ ਤੇ ਪੋਸਟਲ ਸੇਵਾਵਾਂ ਤੱਕ ਰਸਾਈ ਵਿੱਚ ਅੜਿੱਕੇ ਸੰਬੰਧੀ ਸ਼ਿਕਾਇਤਾਂ ਕੀਤੀਆਂ। ਮੁਲਕ ਦੀ ਡਾਕ ਸੇਵਾ ਆਸਟ੍ਰੇਲੀਆ ਪੋਸਟ ਨੇ ਕਿਹਾ ਕਿ ਇੰਟਰਨੈਟ ਬੰਦ ਹੋਣ ਕਰਕੇ ਉਸ ਦੀਆਂ ਬਹੁਤ ਸਾਰੀਆਂ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ, ਹਾਲਾਂਕਿ ਥੋੜੀ ਦੇਰ ਬਾਅਦ ਸੇਵਾਵਾਂ ਬਹਾਲ ਹੋ ਗਈਆਂ। ਲਾਸ ਏਂਜਲਸ ਦੇ ਮੇਅਰ ਐਰਿਕ ਗੈਰਸਟੀ ਭਾਰਤ 'ਚ ਅਮਰੀਕਾ ਦੇ ਅਗਲੇ ਰਾਜਦੂਤ ਹੋ ਸਕਦੇ ਹਨ। ਵਾਈਟ ਹਾਊਸ ਵੱਲੋਂ ਐਲਾਨ ਕੀਤੇ ਗਏ ਮੈਕਸੀਕੋ ਅਤੇ ਇਜ਼ਰਾਈਲ ਦੇ ਰਾਜਦੂਤਾਂ ਵਿੱਚ ਉਹਨਾਂ ਦਾ ਸ਼ਾਮਲ ਨਾਮ ਨਹੀਂ ਸੀ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਤੋਂ ਸਹਿਮਤੀ ਮਿਲਣ ਉਪਰੰਤ ਉਹਨਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਵਾਸ਼ਿੰਗਟਨ ਸਟੇਟ ਦੇ ਸਾਬਕਾ ਕਾਂਗਰਸਮੈਨ ਜਿਮ ਮੈਕਡਰਮੋਟ ਦੇ ਨਾਲ ਗੈਰਸਟੀ ਨਾਂ ਦਾ ਪਿਛਲੇ ਸਾਲ ਕੁਝ ਹਫ਼ਤਿਆਂ ਤੋਂ ਚਰਚਾ 'ਚ ਹੈ, ਪਰ ਕਰੀਬ 2 ਦਰਜਨ ਵਾਰ ਭਾਰਤ ਦਾ ਦੌਰਾ ਕਰਨ ਵਾਲੇ ਇੱਕ ਡਾਕਟਰ ਵਜੋਂ ਭਾਰਤ ਨਾਲ ਮਜ਼ਬੂਤ ਸਾਂਝ ਦੇ ਬਾਵਜੂਦ ਉਹਨਾਂ ਦੀ ਵਡੇਰੀ ਉਮਰ ਉਹਨਾਂ ਖਿਲਾਫ ਗਈ, ਜਿਸ ਕਾਰਨ ਗੈਰਸਟੀ ਨੂੰ ਇਹ ਮੌਕਾ ਮਿਲੇਗਾ। ਕੈਲੀਫੋਰਨੀਆ ਦੀ ਅਪ ਵੈਲੀ ਤੋਂ ਪੰਜਾਬ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫੌਜ ਵਿੱਚ ਬਤੌਰ ਕੈਮੀਕਲ ਅਫਸਰ ਨਿਯੁਕਤੀ ਕੀਤੀ ਗਈ। ਸਬਰੀਨਾ ਹੋਣਹਾਰ ਅਤੇ ਅਗਾਂਹ ਵਧੂ ਖਿਆਲਾਂ ਦੀ ਮਾਲਕ ਹੈ, ਜਿਸ ਦੀ ਅਮਰੀਕਾ ਫੌਜ ਵਿੱਚ ਨਿਯੁਕਤੀ ਤੇ ਉਸਦੇ ਪਿਤਾ ਸਰਦਾਰ ਕੇਵਲ ਸਿੰਘ ਗਿੱਲ ਅਤੇ ਮਾਤਾ ਲਾਡਰਸ ਸਿੰਘ ਮਾਣ ਮਹਿਸੂਸ ਕਰਦੇ ਹਨ, ਜਿਸ ਦੀਆਂ ਪਰਿਵਾਰ ਨੂੰ ਦੋਸਤਾਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਦੁਆਰਾ ਵਧਾਈਆਂ ਮਿਲ ਰਹੀਆਂ ਹਨ। ਸਰਦਾਰ ਕੇਵਲ ਸਿੰਘ ਗਿੱਲ ਪੰਜਾਬ ਤੋਂ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਨਾਲ ਸੰਬੰਧ ਰੱਖਦੇ ਹਨ। ਵਿਦੇਸ਼ ਵਿੱਚ ਆ ਕੇ ਜਿੱਥੇ ਪੰਜਾਬੀ ਭਾਈਚਾਰੇ ਨੇ ਵੱਖ-ਵੱਖ ਵਪਾਰਕ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰੀਆਂ, ਉੱਥੇ ਬੱਚਿਆਂ ਨੇ ਉੱਚ ਵਿੱਦਿਆ ਪ੍ਰਾਪਤ ਕਰਕੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਚੰਗੀਆਂ ਨੌਕਰੀਆਂ ਕਰ ਨਾਮ ਰੌਸ਼ਨ ਕੀਤੇ, ਜਿਸ ਦੀ ਮਿਸਾਲ ਸਬਰੀਨਾ ਸਿੰਘ ਅਤੇ ਸਾਡੇ ਸਾਰੇ ਬੱਚੇ ਹਨ, ਜੋ ਵਿਦੇਸ਼ ਵਿੱਚ ਆਪਣੇ ਮਾਂ-ਬਾਪ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਾਵਾ 'ਚ ਹੋਟਲ 'ਚ ਇਕਾਂਤਵਾਸ ਵਿੱਚ ਸਨ। ਬੀਤੇ ਕੱਲ ਉਹਨਾਂ ਦੀ ਕਰੋਨਾ ਵਾਇਰਸ ਦੀ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਹ ਹੋਟਲ ਛੱਡ ਕੇ ਆਪਣੇ ਨਿਵਾਸ ਤੇ ਚਲੇ ਗਏ। ਇਨੀ ਦਿਨੀ ਕੈਨੇਡਾ ਭਰ 'ਚ ਕਰੋਨਾ ਵਾਇਰਸ ਦੇ ਨਵੇਂ ਕੇਸਾਂ 'ਚ 90% ਤੋਂ ਵੱਧ ਦੀ ਗਿਰਾਵਟ ਆ ਚੁੱਕੀ ਹੈ ਅਤੇ ਹਸਪਤਾਲਾਂ 'ਚ ਵੀ ਮਰੀਜ਼ਾਂ ਦੀ ਗਿਣਤੀ ਹੁਣ ਨਿਗੁਣੀ ਰਹਿ ਗਈ ਹੈ। ਉਧਰ ਦੇਸ਼ ਦੇ ਕੋਨੇ-ਕੋਨੇ 'ਚ ਲੋਕਾਂ ਨੂੰ ਵੈਕਸੀਨ ਟੀਕੇ ਲਗਾਏ ਜਾਣ ਦੀ ਮੁਹਿੰਮ ਵੀ ਜ਼ੋਰਾਂ ਤੇ ਚੱਲ ਰਹੀ ਹੈ, ਜਿਸ ਨਾਲ ਵਾਇਰਸ ਉੱਪਰ ਕਾਬੂ ਪਾਉਣ 'ਚ ਮਦਦ ਮਿਲੀ ਹੈ। ਟਰੂਡੋ ਨੇ ਸਮੁੱਚੀ ਸਥਿਤੀ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ। ਮਾਰਚ 2020 ਤੋਂ ਬੰਦ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਨੂੰ ਪੜਾਅਵਾਰ ਖੋਲ੍ਹਣ ਅਤੇ ਦੋਵੇਂ ਟੀਕੇ ਲਗਵਾ ਚੁੱਕੇ ਲੋਕਾਂ ਨੂੰ ਹਵਾਈ ਸਫ਼ਰ ਕਰਨ 'ਚ ਕੁਝ ਰਾਹਤਾਂ ਦਿੱਤੇ ਜਾਣ ਦੀ ਯੋਜਨਾ ਉੱਪਰ ਕੈਨੇਡਾ ਅਤੇ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਮੀਟਿੰਗਾਂ ਦੇ ਦੌਰ ਲਗਾਤਾਰ ਜਾਰੀ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਇਲੀਨੋਇਸ ਇਲਾਕੇ ਵਿੱਚ ਇੱਕ ਰਸਾਇਣਿਕ ਪਲਾਂਟ ਵਿੱਚ ਇੱਕ ਧਮਾਕੇ ਕਾਰਨ ਲੱਗੀ ਅੱਗ ਤੋਂ ਬਾਅਦ ਰਾਹਤ ਅਤੇ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ। ਰਿਪੋਰਟ ਮੁਤਾਬਕ ਸ਼ਿਕਾਗੋ ਦੇ ਉੱਤਰ ਪੱਛਮੀ ਵਿੱਚ ਲਗਭਗ 152 ਕਿਲੋਮੀਟਰ ਦੂਰ ਰੌਕਟਨ ਵਿਨਵਾਗੋ ਕਾਉਂਟੀ ਕੋਲ ਸਨੇਹਾਕ ਗ੍ਰੀਨ ਉਤਪਾਦ ਅਤੇ ਹੋਰ ਤਰਲ ਪਦਾਰਥ ਬਣਾਉਣ ਵਾਲੀ ਕੰਪਨੀ ਕੇਮਟੂਲ ਇੰਕ ਦੇ ਤਹਿਤ ਪਲਾਂਟ ਵਿੱਚ ਸੋਮਵਾਰ ਸਵੇਰੇ ਧਮਾਕਾ ਹੋਇਆ ਸੀ। ਰੌਕਟਨ ਫਾਇਰ ਪ੍ਰੋਟੈਕਸ਼ਨ ਦੇ ਜ਼ਿਲ੍ਹਾ ਪ੍ਰਮੁੱਖ ਕਿਰਕ ਵਿਲਸਨ ਨੇ ਬੁੱਧਵਾਰ ਨੂੰ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਮੈਂ ਜਨਤਾ ਨੂੰ ਦੁਹਰਾਉਣ ਅਤੇ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ 1 ਮੀਲ ਤੱਕ ਨਿਕਲੇ ਆਦੇਸ਼ ਅਜੇ ਵੀ ਪ੍ਰਭਾਵੀ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇਂ ਮੈਨੂੰ ਇਹ ਰਿਪੋਰਟ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਜਲ ਮਾਰਗਾਂ ਵਿੱਚ ਅਤੇ ਰੌਕਟਨ ਪਿੰਡ ਦੇ ਅੰਦਰ ਸਾਡੇ ਜਲ ਤੰਤਰ ਵਿੱਚ ਕੋਈ ਜ਼ਹਿਰੀਲਾ ਪਦਾਰਥ ਨਹੀਂ ਛੱਡਿਆ ਗਿਆ। ਕੇਮਟੂਲ ਕਾਰਖਾਨੇ ਦੇ 70 ਮੁਲਾਜ਼ਮਾਂ ਨੂੰ ਬਿਨਾਂ ਸੱਟ ਦੇ ਕੱਢਿਆ ਗਿਆ। ਵਿਲਸਨ ਨੇ ਕਿਹਾ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਅੱਗ ਕਈ ਦਿਨਾਂ ਤੱਕ ਲੱਗੀ ਰਹਿ ਸਕਦੀ ਹੈ। ਖੇਤਰ ਦੇ ਚਾਰੇ ਪਾਸੇ 30 ਤੋਂ ਜ਼ਿਆਦਾ ਹਵਾ ਗੁਣਵੱਤਾ ਮੋਨੀਟਰ ਲਗਾਏ ਗਏ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੇਸ਼ ਨੂੰ ਰੂਸ ਨਾਲ ਸਿਖਰ ਸੰਮੇਲਨ ਤੋਂ ਕੁਝ ਵੀ ਹਾਸਲ ਨਹੀਂ ਹੋਇਆ। ਟਰੰਪ ਨੇ ਫੌਕਸ ਨਿਊਜ਼ ਨਾਲ ਇੰਟਰਵਿਊ ਦੌਰਾਨ ਕਿਹਾ, ਸਾਨੂੰ ਕੁਝ ਨਹੀਂ ਮਿਲਿਆ, ਅਸੀਂ ਰੂਸ ਨੂੰ ਹਰ ਵੱਡਾ ਮੰਚ ਦੇ ਦਿੱਤਾ ਅਤੇ ਸਾਨੂੰ ਕੁਝ ਵੀ ਹਾਸਲ ਨਹੀਂ ਹੋਇਆ। ਉਹਨਾਂ ਨੇ ਕਿਹਾ, ਅਸੀਂ ਕੁਝ ਅਜਿਹੀਆਂ ਚੀਜ਼ਾਂ ਛੱਡ ਦਿੱਤੀਆਂ ਜੋ ਬਹੁਤ ਕੀਮਤੀ ਸਨ। ਮੈਂ ਪਾਈਪਲਾਈਨ ਨਾਰਥ ਸਟਰੀਮ ਨੂੰ ਬੰਦ ਕਰਵਾ ਦਿੱਤਾ ਸੀ, ਪਰ ਇਸ ਨੂੰ ਵਾਪਸ ਦੇ ਦਿੱਤਾ ਗਿਆ ਅਤੇ ਇਸ ਦੇ ਬਦਲੇ ਕੁਝ ਵੀ ਹਾਸਲ ਨਹੀਂ ਹੋਇਆ। ਟਰੰਪ ਨੇ ਕਿਹਾ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਹੋਈ ਬੈਠਕ ਰੂਸ ਲਈ ਚੰਗੀ ਰਹੀ। ਬਾਈਡਨ ਅਤੇ ਪੁਤਿਨ ਵਿਚਾਲੇ ਦੋ-ਪੱਖੀ ਗੱਲਬਾਤ ਬੁੱਧਵਾਰ ਨੂੰ ਜਨੇਵਾ ਵਿੱਚ ਹੋਈ ਸੀ। ਤਾਈਵਾਨ ਦੇ ਹਵਾਈ ਖੇਤਰ 'ਚ ਚੀਨ ਦੀ ਸਭ ਤੋਂ ਵੱਡੀ ਘੁਸਪੈਠ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਚੱਲ ਰਹੀਆਂ ਫੌਜੀ ਸਰਗਰਮੀਆਂ ਤੋਂ ਅਮਰੀਕਾ ਦੇ ਰਣਨੀਤੀਕਾਰ ਚਿੰਤਿਤ ਤੇ ਚੁਕੰਨ ਹੋ ਗਏ ਹਨ।
ਰੱਖਿਆ ਵਿਭਾਗ ਪੈਂਟਾਗਨ ਨੇ ਚੌਕਸ ਕੀਤਾ ਕਿ ਇੱਥੇ ਖਤਰਾ ਵੱਧ ਰਿਹਾ ਹੈ। ਇੱਧਰ ਰਿਪਬਲਿਕਨ ਆਗੂ ਨਿੱਕੀ ਹੇਲੀ ਨੇ ਕਿਹਾ ਕਿ ਤਾਇਵਾਨ ਨੂੰ ਲੈ ਕੇ ਚੀਨ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਿਛਲੇ ਦਿਨੀ ਚੀਨ ਦੇ 28 ਲੜਾਕੂ ਜਹਾਜ਼ ਨੇ ਤਾਇਵਾਨ ਦੇ ਹਵਾਈ ਖੇਤਰ 'ਚ ਘੁਸਪੈਠ ਕੀਤੀ ਸੀ। ਇਹ ਸਭ ਤੋਂ ਵੱਡੀ ਘੁਸਪੈਠ ਸੀ। ਇਸ ਤੋਂ ਇਲਾਵਾ ਆਲੇ ਦੁਆਲੇ ਖੇਤਰਾਂ 'ਚ ਚੀਨ ਦੀਆਂ ਫੌਜੀ ਸਰਗਰਮੀਆਂ ਵੀ ਚੱਲ ਰਹੀਆਂ ਹਨ। ਪੈਂਟਾਗਨ ਦੇ ਬੁਲਾਰੇ ਨੇ ਜਾਪਾਨੀ ਮੀਡੀਆ ਨੂੰ ਕਿਹਾ ਕਿ ਤਾਇਵਾਨ ਨੂੰ ਲੈ ਕੇ ਉਸ ਖੇਤਰ 'ਚ ਅਸਥਿਰਤਾ ਵੱਧ ਰਹੀ ਹੈ। ਸਾਨੂੰ ਹੋਰ ਜ਼ਿਆਦਾ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਅਮਰੀਕਾ 'ਚ ਰਿਪਬਲਿਕਨ ਪਾਰਟੀ ਦੀ ਮੁੱਖ ਆਗੂ ਨਿੱਕੀ ਹੇਲੀ ਨੇ ਇੱਕ ਬੈਠਕ 'ਚ ਕਿਹਾ ਕਿ ਤਾਇਵਾਨ ਦੇ ਮਾਮਲੇ 'ਚ ਅਮਰੀਕਾ ਨੂੰ ਚੀਨ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਜੇ ਚੀਨ ਨੇ ਤਾਇਵਾਨ ਤੇ ਕਬਜ਼ਾ ਕਰ ਲਿਆ ਤਾਂ ਵਿਸ਼ਵ ਦੀਆਂ ਹੋਰ ਅਜਿਹੀਆਂ ਹੀ ਥਾਵਾਂ ਤੇ ਉਹ ਕਬਜ਼ਾ ਕਰਨ ਦੀ ਹਿੰਮਤ ਕਰ ਸਕਦਾ ਹੈ। चीन ने अमेरिका के सिर कोरोना उत्पत्ति का ठीकरा पन्निया है। अमेरिका की नैशनल इंस्टीट्यूट ऑफ हेल्थ की रिपोर्ट का हवाला देते हुए चीन के प्रमुख महामारी विज्ञानी सेंटर फॉर डिजीज कंट्रोल एंड प्रिवेंशन के प्रमुख जेंग गुआंग ने कहा कि चीन विच कोरोना वायरस का पहला मामला दिसंबर 2019 की शुरुआत विच मिलिया। उत्थे अमेरिका विच इस तो पहला ही दिसंबर 2019 विच 7 सूबियां विच मामले सामने आ चुके सन। जिंग ने कहा कि हुण अगले पड़ाव विच कोरोना की उत्पत्ति की जांच नूं लैके तरजीह विच अमेरिका होना चाहिए है। उन्होंने कहा कि अमेरिका ने शुरुआत विच इस नूं नज़रअंदाज करते हुए इसकी टेस्टिंग की रफ्तार नूं बहुत मट्ठा रखिया सी। अमेरिका जैविक प्रयोगशालावां दा गढ़ है, इसलिए अमेरिका विच जैव हथियारां नाल संबंधित सारे मामले जांच के दायरे विच आउणे चाहीदे हन। चीन के 3 पुलाड़ यात्रियों को लैके गोभी मरुस्थल तो रवाना होने के ही कुछ घंटिया बाद एक चीनी पुलाड़ियान देश के निर्माण अधीन पुलाड़ स्टेशन से सफलतापूर्वक पहुंच गया। चाइना मैंड स्पेस एजेंसी मुताबक शेंजाओ 12 पुलाड़ यान वीरवार दोपहर पुलाड़ स्टेशन के कोर मॉड्यूल तिहाने नाल सफलतापूर्वक जुड़ गया। सरकारी स्नेहायु समाचार एजेंसी की खबर मुताबक पुलाड़ यान नूं वीरवार सवेरे रवाना किया गया सी अते बीजिंग के समय अनुसार दोपहर 3:54 ते तिहाने के अगले हिस्से नाल जुड़ गया। खबर मुताबक इस पूरी प्रक्रिया च करीब 6.5 घंटिया का समा लगा। तिहाने ते उतरन तो बाद पुलाड़ यात्री 3 महीनों के अभियान ते उत्थे रहणगे। वो पुलाड़ स्टेशन के निर्माण नाल जुड़े कारज करनगे जिसते अगले साल तक होने की उम्मीद है। अफ्रीका के देश बोत्सवाना च दुनिया का तीजा सब तो वड्डा हीरा मिलण की खबर है। हीरे की खोज करने वाली कंपनी देवस्वाना ने दस्सिया कि यह अद्भुत हीरा 1998 कैरेट का है। बीते 1 जून को खदाई च हीरा मिलिया सी अते हाल ही च इसनूं राष्ट्रपति नूं दिखाया गया। देवस्वाना की प्रबंधन निर्देश लियानेट आर्मस्ट्रॉन्ग ने कहा कि गुणवत्ता के आधार पर दुनिया का तीजा सब तो वड्डा हीरा है। उन्होंने अगे कहा कि दुर्लभ ते असाधारण पत्थर हीरा उद्योग ते बोत्सवाना लई काफी महत्वपूर्ण है। देवस्वाना द्वारा जारी एक बयान विच कहा गया है कि कंपनी के इतिहास च हुण तक की सब तो वड्डी खोज है। देवस्वाना बोत्सवाना की सरकार ते दुनिया की दिग्गज हीरा कंपनी डी बीयर्स की ज्वाइंट वेचर है। इस तो पहला साल 1905 विच दक्षिणी अफ्रीका च दुनिया का सब तो वड्डा हीरा मिलिया सी जो करीब 3106 कैरेट का सी। इसे तरह 1109 कैरेट का दुनिया का दूजा सब तो वड्डा हीरा साल 2015 च पूरब उत्तर बोत्सवाना च मिलिया सी। कांग्रेस विच चल रहे काटो कलेश दरमियान मुख्यमंत्री कैप्टन अमरिंदर सिंह ते राज सभा मैंबर प्रताप सिंह बाजवा के रिश्तियां विच गर्माहट आ गई है। चर्चा यह है कि बीते कल दोवां आगुआं विचाले एक गुप्त मीटिंग भी हुई जिस विच मौजूदा हालात ते भविख नूं लैके चर्चा हुई। इन्हां दोवां आगुआं दे रिश्तियां विच जम्मी बर्फ नूं पिघलाउण च मुख्यमंत्री दी पत्नी ते पटियाले तो लोक सभा मैंबर परनीत कौर ते खडूर साहिब ते लोक सभा मैंबर जसवीर सिंह डिंपा ने महत्वपूर्ण भूमिका अदा की जिस विचों दोवें आगू इकट्ठे एक मेज ते बैठण लई तैयार होए। जानकारी अनुसार जिस तरह कांग्रेस हाईकमान ने नवजोत सिंह सिद्धू प्रति नरम रुख अख्तियार किया होया है उसनूं देखदिआं टकसाली कांग्रेसी काफी खिजे हुए हैं। सिद्धू प्रति हाईकमान के नरम रुख नूं देखदिआं ही कैप्टन ते बाजवा एक मेज ते आउण लई तैयार होए हैं। जानकारी अनुसार सिद्धू ने पार्टी हाईकमान नूं स्पष्ट कर दिता है कि वह मुख्यमंत्री कैप्टन अमरिंदर सिंह नाल सरकार विच काम नहीं कर सकते। हालांकि मुख्यमंत्री ने विधायकों ते मंत्रियों लई अपने घर के बूहे खोल दिते हैं तां जो विधायकों ते आगूआं दी नाराजगी दूर की जा सके। पंजाब विधान सभा विच विरोधी धਿਰ ਦੇ ਸਾਬਕਾ नेता सुखपाल सिंह खैरा ਅਤੇ 2 ਹੋਰ ਵਿਧਾਇਕਾਂ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਪਾਰਟੀ ਪੰਜਾਬ ਏਕਤਾ ਪਾਰਟੀ ਨੂੰ ਕਾਂਗਰਸ ਵਿੱਚ ਰਲਾਉਣ ਦਾ ਐਲਾਨ ਕੀਤਾ।
ਖਹਿਰਾ ਅਤੇ ਦੋ ਹੋਰ ਵਿਧਾਇਕਾਂ ਜਗਦੇਵ ਸਿੰਘ ਅਤੇ ਪਿਰਾਮਲ ਸਿੰਘ ਨੇ ਰਾਹੁਲ ਗਾਂਧੀ ਨਾਲ ਉਹਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ। ਇਸ ਮੌਕੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ। ਖਹਿਰਾ ਅਤੇ ਦੋਵੇਂ ਵਿਧਾਇਕ ਮੁੱਖ ਮੰਤਰੀ ਅਮਰਿੰਦਰ ਦੀ ਮੌਜੂਦਗੀ ਵਿੱਚ 3 ਜੂਨ ਨੂੰ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਪਾਰਟੀ ਲਈ ਕੰਮ ਕਰਨ ਦਾ ਉਹਨਾਂ ਨੂੰ ਮੌਕਾ ਦਿੱਤਾ ਹੈ। ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨਜ਼ਦੀਕ ਆ ਰਿਹਾ ਹੈ, ਉਵੇਂ-ਉਵੇਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਉਧਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰਾਂ ਤੇ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਸੱਦਾ ਦੇ ਕੇ ਸੰਕੇਤ ਦੇ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਸੰਘਰਸ਼ ਵਿੱਚੋਂ ਇੱਕ ਨਵੀਂ ਧਿਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦੇ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਤੋਂ ਰੋਕ ਸਕਦੀ ਹੈ। ਪੰਜਾਬ ਅਤੇ ਪੰਜਾਬੀਆਂ ਦੇ ਹੱਕ ਲਈ ਲਗਾਤਾਰ ਸੰਘਰਸ਼ ਕਰ ਰਹੀ ਬੀਬੀ ਖਾਲੜਾ ਵੱਲੋਂ ਇੱਕ ਵਾਰ ਫਿਰ ਤੋਂ ਗੁਰਾਂ ਦਾ ਪੰਜਾਬ ਹੈ ਜਵਾਬ ਮੰਗਦਾ ਹੈ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੀਬੀ ਖਾਲੜਾ ਨੇ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਦੀ ਸਿਆਸਤ ਬਹੁਤ ਗੰਦੀ ਹੋ ਚੁੱਕੀ ਹੈ ਤੇ ਜੇਕਰ ਪੰਜਾਬ ਦੀ ਹੋਂਦ ਬਚਾਉਣੀ ਹੈ ਅਤੇ ਅੰਨਦਾਤੇ ਨੇ ਆਪਣੇ ਹੱਕ ਲੈਣੇ ਨੇ ਤਾਂ ਵਿਧਾਨ ਸਭਾ ਚੋਣਾਂ 2022 ਚ ਹੁਣ ਆਪ ਅੱਗੇ ਆਉਣਾ ਪਏਗਾ। ਇਸ ਸਮੇਂ ਦੀ ਮੰਗ ਵੀ ਹੈ। ਬੀਬੀ ਖਾਲੜਾ ਨੇ ਕਿਸਾਨਾਂ ਨੂੰ ਆਪਣੀ ਪਾਰਟੀ ਬਣਾਉਣ ਤੇ ਸਮਰਥਨ ਅਤੇ ਸਾਥ ਦੇਣ ਦਾ ਭਰੋਸਾ ਦਿੱਤਾ। ਬੀਬੀ ਖਾਲੜਾ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨੀਆਂ ਪਈਆਂ ਤਾਂ ਉਹ ਜ਼ਰੂਰ ਲੜਨਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਦੀ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਜੈਪਾਲ ਦਾ ਪਰਿਵਾਰ ਹੁਣ ਸੁਪਰੀਮ ਕੋਰਟ ਜਾਵੇਗਾ। ਇਸ ਗੱਲ ਦਾ ਖੁਲਾਸਾ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਖਿਆ ਕਿ ਜੈਪਾਲ ਦਾ ਸੰਸਕਾਰ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ। ਹਾਈ ਕੋਰਟ ਨੇ ਆਪਣੇ ਸੁਣਾਏ ਫੈਸਲੇ ਵਿੱਚ ਭੁਪਿੰਦਰ ਸਿੰਘ ਦੀ ਪਟੀਸ਼ਨ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਕਿਉਂਕਿ ਇਹ ਪੁਲਿਸ ਮੁਕਾਬਲਾ ਕੋਲਕਾਤਾ ਵਿੱਚ ਹੋਇਆ ਹੈ, ਇਸ ਕਰਕੇ ਇਸ ਪਟੀਸ਼ਨ ਤੇ ਸੁਣਵਾਈ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ। ਗੈਂਗਸਟਰ ਦੀ ਲਾਸ਼ ਨੂੰ ਫਿਰੋਜ਼ਪੁਰ ਦੇ ਘਰ 'ਚ 4 ਦਿਨਾਂ ਤੋਂ ਰੱਖਿਆ ਹੋਇਆ ਹੈ। ਪਰਿਵਾਰ ਅੰਤਿਮ ਸੰਸਕਾਰ ਨਹੀਂ ਕਰ ਰਿਹਾ। ਦੱਸ ਦਈਏ ਕਿ ਪੰਜਾਬ ਪੁਲਿਸ ਦੀ ਸੂਚਨਾ ਤੇ ਕੋਲਕਾਤਾ STF ਨੇ ਗੈਂਗਸਟਰ ਜੈਪਾਲ ਅਤੇ ਉਸਦੇ ਸਾਥੀ ਜੱਸੀ ਖਰੜ ਦਾ ਐਨਕਾਊਂਟਰ ਕੀਤਾ ਸੀ। ਜੈਪਾਲ ਤੇ 10 ਲੱਖ ਦਾ ਇਨਾਮ ਸੀ ਅਤੇ ਉਹ ਪੰਜਾਬ ਦੇ 45 ਮਾਮਲਿਆਂ 'ਚ ਲੜਿੰਦਾ ਸੀ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।